हाँ जी प्यारे विद्यार्थियों, स्वागत है तुहाडा सारिਆਂ ਦਾ ਮੇਰੀ ਕਲਾਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ 8ਵੀਂ ਜਮਾਤ ਦੀ ਸਾਇੰਸ ਦਾ ਪਾਠ ਕਰਾਂਗੇ ਜੰਤੂਆਂ ਵਿੱਚ ਪ੍ਰਜਨਨ। ਤਾਂ ਇਸ ਪਾਠ ਦੇ ਨਾਲ ਸੰਬੰਧਿਤ ਤੁਹਾਡੀ ਪੁਸਤਕ ਦੇ ਵਿੱਚ ਜੋ ਵੀ ਅਭਿਆਸ ਦਿੱਤਾ ਗਿਆ ਸੀ, ਖਾਲੀ ਥਾਵਾਂ, ਪ੍ਰਸ਼ਨ ਉੱਤਰ, ਜੋ ਵੀ ਪਾਠ ਅਭਿਆਸ ਦਿੱਤਾ ਗਿਆ ਸੀ ਤਾਂ ਸਾਰਾ ਅਸੀਂ ਅੱਜ ਕੰਪਲੀਟ ਕਰ ਲੈਣਾ ਹੈ। ਤਾਂ ਦੇਖੋ ਜੀ, ਪਹਿਲਾ ਭਾਗ ਹੈ ਖਾਲੀ ਸਥਾਨ ਭਰੋ। ਤਾਂ ਤੁਸੀਂ ਨੇ ਜੋ ਸ਼ਬਦ ਹਾਈਲਾਈਟ ਕੀਤੇ ਗਏ ਨੇ ਇਹਨਾਂ ਨੂੰ ਖਾਲੀ ਸਥਾਨ ਦੇ ਵਿੱਚ ਭਰਨਾ ਹੈਗਾ। ਤਾਂ ਖਾਲੀ ਸਥਾਨ ਭਰੋ ਵਾਲਾ ਭਾਗ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲੀ ਖਾਲੀ ਸਥਾਨ ਤੁਹਾਨੂੰ ਦਿੱਤੀ ਗਈ ਹੈ, ਸ਼ੁਕਰਾਣੂ ਅਤੇ ਅੰਡਾਣੂ ਦੀ ਮੇਲ ਦੀ ਕਿਰਿਆ ਨੂੰ ਡੈਸ਼ ਕਹਿੰਦੇ ਹਨ। ਤਾਂ ਇਸ ਨੂੰ ਅਸੀਂ ਨਿਸ਼ੇਸ਼ਣ ਆਖਦੇ ਹਾਂ। ਤਾਂ ਇਸ ਖਾਲੀ ਸਥਾਨ ਦੇ ਵਿੱਚ ਤੁਸੀਂ ਨੇ ਨਿਸ਼ੇਸ਼ਣ ਭਰ ਲੈਣਾ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 2, ਡੈਸ਼ ਪ੍ਰਜਨਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ। ਜਿਹੜਾ ਅਲਿੰਗੀ ਪ੍ਰਜਨਨ ਹੈ ਉਸ ਦੇ ਕਾਰਨ ਦੇ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ। ਨੰਬਰ 3, ਡੈਸ਼ ਵਿੱਚ 2 ਖੰਡਨ ਹੁੰਦੇ ਹਨ। ਤਾਂ ਇਸ ਦਾ ਆਨਸਰ ਹੋਏਗਾ ਅਮੀਬਾ। ਨੈਕਸਟ ਹੈ ਜੀ, ਮਨੁੱਖ ਵਿੱਚ ਡੈਸ਼ ਨਿਸ਼ੇਸ਼ਣ ਕਿਰਿਆ ਹੁੰਦੀ ਹੈ। ਜਿਹੜੀ ਨਿਸ਼ੇਸ਼ਣ ਕਿਰਿਆ ਇਹ ਕੀ ਹੁੰਦੀ ਹੈ? ਅੰਦਰੂਨੀ ਹੁੰਦੀ ਹੈ। ਤਾਂ ਇਸ ਖਾਲੀ ਥਾਂ ਦੇ ਵਿੱਚ ਭਰਾਂਗੇ ਅਸੀਂ ਅੰਦਰੂਨੀ। ਨੰਬਰ 5, ਯੁਗਮਜ ਤੇ ਵਾਰ-ਵਾਰ ਵਿਭਾਜਨ ਤੋਂ ਬਾਅਦ ਡੈਸ਼ ਪੈਦਾ ਹੁੰਦਾ ਹੈ। ਤਾਂ ਇਸ ਤੋਂ ਬਾਅਦ ਕੀ ਹੁੰਦਾ ਜੀ? ਭਰੂਣ ਪੈਦਾ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹ ਸਭ ਖਾਲੀ ਥਾਵਾਂ ਤੁਸੀਂ ਨੇ ਭਰ ਲੈਣੀਆਂ ਨੇ। ਇਸ ਤੋਂ ਬਾਅਦ ਆਪਾਂ ਅਗਲਾ ਭਾਗ ਸ਼ੁਰੂ ਕਰਦੇ ਹਾਂ ਜੀ। ਅਗਲੇ ਭਾਗ ਦੇ ਵਿੱਚ ਦੇਖੋ ਜੀ ਕੀ ਹੈਗਾ, ਇੱਥੇ ਜੋ ਕਥਨ ਤਾਂ ਸਹੀ ਹੈ ਉਹਦੇ ਸਾਹਮਣੇ ਆਪਾਂ ਨੇ ਜਾਂ ਤਾਂ ਟੀ ਲਿਖ ਦੇਣਾ ਮਤਲਬ ਟਰੂ, ਜਾਂ ਸਹੀ ਲਿਖ ਦੇਣੇ, ਜਾਂ ਇੱਦਾਂ ਆਪਾਂ ਉਸ ਦੇ ਸਾਹਮਣੇ ਨਿਸ਼ਾਨ ਲਗਾਵਾਂਗੇ। ਜੋ ਕਥਨ ਗਲਤ ਹੈ ਉਸ ਦੇ ਸਾਹਮਣੇ ਆਪਾਂ ਕ੍ਰੋਸ ਦਾ ਨਿਸ਼ਾਨ ਲਗਾਵਾਂਗੇ, ਜਾਂ ਫਿਰ ਆਪਾਂ ਫਾਲਸ ਲਿਖਾਂਗੇ। ਦੇਖੋ ਜੀ, ਫਸਟ ਜੋ ਆਪਾਂ ਨੂੰ ਦਿੱਤਾ ਗਿਆ ਕਥਨ, ਅੰਡੇ ਦੇਣ ਵਾਲੇ ਜੰਤੂਆਂ ਨੂੰ ਅੰਡਸ ਕਹਿੰਦੇ ਹਨ। ਇਹ ਕਥਨ ਕੀ ਜੀ? ਬਿਲਕੁਲ ਸਹੀ ਹੈ। ਇਹਦੇ ਸਾਹਮਣੇ ਟੀ ਲਿਖ ਦੋਗੇ ਟਰੂ, ਜਾਂ ਫਿਰ ਤੁਸੀਂ ਸਹੀ ਦਾ ਨਿਸ਼ਾਨ ਲਗਾ ਸਕਦੇ ਹੋ। ਨੰਬਰ 2, ਹਰ ਸ਼ੁਕਰਾਣੂ ਇੱਕ ਸੈੱਲ ਤੋਂ ਬਣਿਆ ਹੁੰਦਾ ਹੈ। ਇਹ ਕਥਨ ਸਹੀ ਹੈ। ਤਾਂ ਇਹਦੇ ਸਾਹਮਣੇ ਤੁਸੀਂ ਸਹੀ ਦਾ ਨਿਸ਼ਾਨ ਲਗਾਓਗੇ। ਨੰਬਰ 3, ਹਾਈਡਰਾ ਦੇ 2 ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ। ਤਾਂ ਇਹ ਕਥਨ ਗਲਤ ਹੋ ਗਿਆ। ਇਹਦੇ ਸਾਹਮਣੇ ਤੁਸੀਂ ਕ੍ਰੋਸ ਦਾ ਨਿਸ਼ਾਨ ਲਗਾਓਗੇ, ਜਾਂ ਸਾਹਮਣੇ ਫਾਲਸ ਲਿਖ ਦੇਣਾ। ਨੰਬਰ 4, ਨਿਸ਼ੇਸ਼ਣ ਕਿਰਿਆ ਰਾਹੀਂ ਯੁਗਮਜ ਪੈਦਾ ਹੁੰਦਾ ਹੈ। ਤਾਂ ਇਹ ਕਥਨ ਸਹੀ ਹੋ ਗਿਆ। ਇਹਦੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਵਾਂਗੇ। ਨੰਬਰ 5 ਨੰਬਰ ਹੈ ਜੀ, ਮਨੁੱਖ ਵਿੱਚ ਬਾਹਰੀ ਨਿਸ਼ੇਸ਼ਣ ਹੁੰਦਾ ਹੈ। ਤਾਂ ਆਪਾਂ ਹੁਣੇ ਪੜ੍ਹ ਕੇ ਹਟੇ ਸੀ ਵੀ ਜਿਹੜਾ ਨਿਸ਼ੇਸ਼ਣ ਇਹ ਅੰਦਰੂਨੀ ਪ੍ਰਕਿਰਿਆ ਹੈ, ਅੰਦਰੂਨੀ ਕਿਰਿਆ ਹੈ। ਤਾਂ ਇਸ ਤਰੀਕੇ ਨਾਲ ਇਹ ਕਥਨ ਗਲਤ ਹੋ ਗਿਆ ਕਿਉਂਕਿ ਇਹਨਾਂ ਨੇ ਬਾਹਰੀ ਲਿਖਿਆ ਸੀ। ਤਾਂ ਇਹ ਭਾਗ ਨੂੰ ਤੁਸੀਂ ਇਸੇ ਤਰੀਕੇ ਨਾਲ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਅਗਲਾ ਜੋ ਭਾਗ ਹੈ ਜੀ, ਇਸ ਭਾਗ ਦੇ ਵਿੱਚ ਕੀ ਹੈ, ਆਪਾਂ ਨੂੰ ਕਾਲਮ ਊੜਾ ਅਤੇ ਕਾਲਮ ਆੜਾ 2 ਦਿੱਤੇ ਗਏ ਨੇ। ਇਹਨਾਂ ਕਾਲਮਾਂ ਨੂੰ ਅਸੀਂ ਨੇ ਆਪਸ ਵਿੱਚ ਮਿਲਾਉਣਾ ਹੈ। ਤਾਂ ਦੇਖੋ ਜੀ, ਇਹਨਾਂ ਨੂੰ ਮਿਲਾਉਣ ਦੇ ਲਈ ਆਪਾਂ ਕੀ ਕਰਾਂਗੇ? ਸਭ ਤੋਂ ਪਹਿਲਾਂ ਦੇਖੋ, ਆਪਣੇ ਵਰਗੇ ਹੋਰ ਜੀਵ ਪੈਦਾ ਕਰਨ ਦੀ ਪ੍ਰਕਿਰਿਆ। ਤਾਂ ਇਸ ਪ੍ਰਕਿਰਿਆ ਨੂੰ ਕੀ ਆਖਦੇ ਹਾਂ? ਆਪਾਂ ਪ੍ਰਜਨਨ ਆਖਦੇ ਹਾਂ। ਠੀਕ ਹੈ ਜੀ, ਇਸ ਨੂੰ ਤੀਸਰੇ ਨਾਲ ਮਿਲਾਓਗੇ ਤੁਸੀਂ। ਠੀਕ ਹੈ, ਅਤੇ ਇਸ ਤੋਂ ਬਾਅਦ ਦੇਖੋ ਜੀ, ਇਹਨੂੰ ਮੈਚ ਕਰੀ ਚੱਲੇ ਇੱਦਾਂ। ਠੀਕ ਹੈ ਜੀ, ਇਹਦੇ ਨਾਲ। ਇਸ ਤੋਂ ਬਾਅਦ ਹਾਈਡਰਾ ਇੱਕ ਲਿੰਗੀ ਪ੍ਰਜਨਨ ਵਿਧੀ ਹੈ। ਤਾਂ ਦੇਖੋ ਇਹਨੂੰ ਆਪਾਂ ਮੈਚ ਕਰਾਂਗੇ ਦੂਸਰੇ ਨੂੰ ਪੰਜਵੇਂ ਦੇ ਨਾਲ, ਯਾਨੀ ਕਿ ਕਲੀਆਂ ਰਾਹੀਂ। ਠੀਕ ਹੈ, ਇਹਦੇ ਨਾਲ ਮੈਚ ਕਰਾਂਗੇ। ਇਸ ਤੋਂ ਬਾਅਦ ਹੈ ਜੀ, ਇਸ ਦੀ ਨਿਸ਼ੇਸ਼ਣ ਕਿਰਿਆ ਪਾਣੀ ਵਿੱਚ ਹੁੰਦੀ ਹੈ। ਤਾਂ ਪਾਣੀ ਵਿੱਚ ਨਿਸ਼ੇਸ਼ਣ ਕਿਰਿਆ ਕਿਸ ਦੀ ਹੁੰਦੀ ਹੈ? ਤਾਂ ਇਹਨੂੰ ਆਪਾਂ ਮੈਚ ਕਰਾਂਗੇ ਚੌਥੇ ਨਾਲ, ਡੱਡੂ ਦੇ ਨਾਲ। ਠੀਕ ਹੈ, ਤਾਂ ਇਹਦੇ ਨਾਲ ਮੈਚ ਕਰਾਂਗੇ ਇਹਨੂੰ ਡੱਡੂ ਨਾਲ। ਨੈਕਸਟ ਹੈ ਜੀ, ਅੰਡੇ ਦੇਣ ਵਾਲੀ ਜੰਤੂ। ਤਾਂ ਇਸ ਨੂੰ ਜੋ ਚੌਥਾ ਹੈਗਾ, ਚੌਥੇ ਨੂੰ ਮੈਚ ਕਰਾਂਗੇ ਆਪਾਂ ਪਹਿਲੇ ਨਾਲ, ਅੰਡਸ ਕਹਿੰਦੇ ਆਪਾਂ ਇਹਨੂੰ ਅੰਡਸ ਦੇ ਨਾਲ ਮੈਚ ਕਰਾਂਗੇ। ਠੀਕ ਹੈ ਜੀ, ਇਸ ਤੋਂ ਬਾਅਦ ਹੈ ਆਪਣੇ ਕੋਲ 5ਵਾਂ, ਸ਼ੁਕਰਾਣੂ ਅਤੇ ਅੰਡਾ ਮਿਲ ਕੇ ਕੀ ਕਰਦੇ ਨੇ? ਯੁਗਮਜ ਬਣਾਉਂਦੇ ਨੇ। ਇਹਨੂੰ ਆਪਾਂ ਸੈਕਿੰਡ ਦੇ ਨਾਲ ਮੈਚ ਕਰਾਂਗੇ। ਤਾਂ ਇਸ ਤਰੀਕੇ ਨਾਲ ਇਹ ਅੱਗੇ ਪਿੱਛੇ ਜਿਹੇ ਹੋ ਰਹੇ ਨੇ, ਇਹਨਾਂ ਨੂੰ ਧਿਆਨ ਨਾਲ ਤੁਸੀਂ ਮੈਚ ਕਰ ਲਿਓ। ਲਾਸਟ ਵਿੱਚ ਮੈਂ ਤੁਹਾਨੂੰ ਡਾਇਰੈਕਟ ਆਨਸਰ ਲਿਖ ਕੇ ਦੱਸ ਦਿੰਦਾ ਵੀ ਕਿਹੜਾ ਕਿਹੜੇ ਦੇ ਨਾਲ ਮੈਚ ਹੋਏਗਾ। ਠੀਕ ਹੈ, ਤੁਸੀਂ ਇਹ ਚੀਜ਼ ਨੂੰ ਨੋਟ ਕਰ ਲਓ। ਤਾਂ ਦੇਖੋ ਜੀ, ਇੱਥੇ ਕੀ ਹੈਗਾ, ਪਹਿਲਾ ਤੀਸਰੇ ਨਾਲ ਮੈਚ ਕਰੋਗੇ, ਦੂਜਾ ਪੰਜਵੇਂ ਨਾਲ, ਤੀਸਰਾ ਜਿਹੜਾ ਉਹ ਚੌਥੇ ਨਾਲ ਮੈਚ ਕਰੋਗੇ, ਚੌਥਾ ਜਿਹੜਾ ਉਹ ਪਹਿਲੇ ਨਾਲ ਮੈਚ ਕਰੋਗੇ। ਠੀਕ ਹੈ, ਪੰਜਵੇਂ ਜਿਹੜਾ ਉਹ ਦੂਜੇ ਨਾਲ ਮੈਚ ਕਰੋਗੇ। ਤਾਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਮੈਚ ਕਰ ਲੈਣੇ। ਇਸ ਤੋਂ ਬਾਅਦ ਆਪਾਂ ਅਗਲੇ ਭਾਗ 'ਤੇ ਚੱਲਦੇ ਹਾਂ ਜੀ। ਅਗਲਾ ਭਾਗ ਕੀ ਹੈ? ਹੇਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ। ਤਾਂ ਇਹਨਾਂ ਦੇ ਜੋ ਉੱਤਰ ਨੇ ਇਹ ਚੁਣਨੇ ਨੇ ਆਪਾਂ ਨੇ। ਤਾਂ ਦੇਖੋ ਜੀ, ਜੋ ਵੀ ਰਾਈਟ ਆਨਸਰ ਬਣੇਗਾ ਉਹਨੂੰ ਆਪਾਂ ਟਿਕ ਕਰਾਂਗੇ। ਤਾਂ ਪਹਿਲਾ ਪ੍ਰਸ਼ਨ ਦਿੱਤਾ ਗਿਆ ਹੈ, ਇਹਨਾਂ ਵਿੱਚੋਂ ਕਿਹੜੇ ਮਨੁੱਖ ਦੇ ਨਰ ਜਣਨ ਅੰਗ ਹਨ? ਤਾਂ ਪਤਾਲੂ ਨੇ ਜਿਹੜੇ ਇਹ ਕੀ ਨੇ ਜੀ? ਨਰ ਜਣਨ ਅੰਗ ਨੇ। ਤਾਂ ਇਸ ਤਰੀਕੇ ਨਾਲ ਆਪਾਂ ਸੈਕਿੰਡ ਆਪਸ਼ਨ ਸਿਲੈਕਟ ਇਸ ਦੇ ਵਿੱਚ ਕਰ ਲੈਣੀ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 2, ਇਹਨਾਂ ਵਿੱਚੋਂ ਕਿਹੜਾ 2 ਲਿੰਗੀ ਜੀਵ ਹੈ? 2 ਲਿੰਗੀ ਜੀਵ ਕਿਹੜਾ? ਗੰਡੋਆ। ਤਾਂ ਫੋਰਥ ਆਪਸ਼ਨ ਇਸ ਦੇ ਵਿੱਚ ਆਪਾਂ ਸਿਲੈਕਟ ਕਰਾਂਗੇ। ਇਸ ਤੋਂ ਬਾਅਦ ਹੈ ਜੀ ਅਗਲਾ ਪ੍ਰਸ਼ਨ, ਮਨੁੱਖ ਵਿੱਚ ਨਿਸ਼ੇਸ਼ਣ ਕਿਰਿਆ ਕਿੱਥੇ ਵਾਪਰਦੀ ਹੈ? ਤਾਂ ਦੇਖੋ ਜੀ, ਇਹ ਆਪਾਂ ਨੂੰ ਦੱਸਣਾ ਹੈਗਾ
ਕਿ ਇਹ ਅੰਡ ਬਹਿਣੀ ਦੇ ਵਿੱਚ ਵਾਪਰਦੀ ਹੈ, ਗਰਭਕੋਸ਼ ਦੇ ਵਿੱਚ, ਅੰਡਕੋਸ਼ ਦੇ ਵਿੱਚ ਜਾਂ ਯੋਨੀ ਦੇ ਵਿੱਚ। ਤਾਂ ਇਹ ਅੰਡ ਬਹਿਣੀ ਦੇ ਵਿੱਚ ਵਾਪਰਦੀ ਹੈ। ਠੀਕ ਹੈ ਜੀ, ਫਸਟ ਆਪਸ਼ਨ ਸਾਡਾ ਇਸ ਦੇ ਵਿੱਚ ਦੋਸਤੋ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4, ਮੱਛਰ ਵਿੱਚ ਅੰਡਾ ਵਿਕਸਿਤ ਹੋ ਕੇ ਕੀ ਬਣਦਾ ਹੈ? ਮੱਛਰ ਦੇ ਜੋ ਅੰਡਾ ਹੈ ਉਹ ਵਿਕਸਿਤ ਹੋ ਕੇ ਕੀ ਬਣਦਾ ਹੈ? ਪਿਓਪਾ, ਭਰੂਣ, ਲਾਰਵਾ ਜਾਂ ਫਿਰ ਵਾਲਗ ਮੱਛਰ। ਤਾਂ ਇਹ ਲਾਰਵਾ ਬਣ ਜਾਂਦਾ। ਠੀਕ ਹੈ, ਤਾਂ ਤੀਸਰੀ ਆਪਸ਼ਨ ਇਸ ਦੇ ਵਿੱਚ ਆਪਾਂ ਸਿਲੈਕਟ ਕਰਾਂਗੇ। ਠੀਕ ਹੈ ਜੀ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 5, ਸ਼ੁਕਰਾਣੂ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ? ਜੁਗਮਸ ਬਣਦਾ ਹੈ, ਜੁਗਮਕ ਬਣਦਾ ਹੈ, ਭਰੂਣ ਬਣਦਾ ਹੈ ਜਾਂ ਫਿਰ ਅੰਡ ਬਹਿਣੀ ਬਣਦਾ ਹੈ। ਤਾਂ ਇਸ ਦੇ ਵਿੱਚੋਂ ਰਾਈਟ ਆਨਸਰ ਸਾਡਾ ਹੋ ਜਾਵੇਗਾ ਜੁਗਮਸ। ਠੀਕ ਹੈ ਜੀ, ਤਾਂ ਇਹ ਬਣ ਜਾਂਦਾ ਹੈ ਸ਼ੁਕਰਾਣੂ ਅਤੇ ਅੰਡੇ ਦੇ ਮੇਲ ਤੋਂ। ਇਸ ਤੋਂ ਬਾਅਦ ਹੈ ਜੀ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਦੇਖੋ ਜੀ ਇਹਨਾਂ ਦੀ ਆਪਣੀ ਪਰਿਭਾਸ਼ਾ ਦੇਣੀ ਹੈ। ਠੀਕ ਹੈ, ਨਿਸ਼ੇਸ਼ਣ ਕਿਰਿਆ ਕੀ ਹੈ, ਰੂਪਾਂਤਰਨ ਕੀ ਹੈ, ਦੋ ਲਿੰਗੀ ਜੰਤੂ ਕੀ ਨੇ, ਇਹਨਾਂ ਦੀ ਆਪਾਂ ਹੁਣ ਪਰਿਭਾਸ਼ਾ ਦੇਵਾਂਗੇ ਇੱਕ ਪ੍ਰਜਨਨ ਦੀ। ਠੀਕ ਹੈ, ਤਾਂ ਸਾਰਿਆਂ ਦੀ ਪਰਿਭਾਸ਼ਾ ਨੂੰ ਆਪਾਂ ਹੁਣ ਸਮਝਦੇ ਹਾਂ। ਨੰਬਰ 1 ਆਪਾਂ ਗੱਲ ਕਰਦੇ ਹਾਂ ਨਿਸ਼ੇਸ਼ਣ ਕਿਰਿਆ। ਨਰ ਜੁਗਮਕ ਸ਼ੁਕਰਾਣੂ ਅਤੇ ਮਾਦਾ ਜੁਗਮਕ ਅੰਡਾਣੂ ਮਿਲ ਕੇ ਜੁਗਮਸ ਬਣਾਉਣ ਦੀ ਕਿਰਿਆ ਨੂੰ ਨਿਸ਼ੇਸ਼ਣ ਕਿਰਿਆ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਪਹਿਲੇ ਦੀ ਜਿਹੜੀ ਡੈਫੀਨੇਸ਼ਨ ਹੈ ਤੁਸੀਂ ਇੱਥੇ ਤੱਕ ਲਿਖ ਸਕਦੇ ਹੋ। ਇਸ ਤੋਂ ਬਾਅਦ ਦੂਸਰਾ ਆਪਾਂ ਨੂੰ ਸ਼ਬਦ ਦਿੱਤਾ ਗਿਆ ਸੀ ਰੂਪਾਂਤਰਨ। ਰੂਪਾਂਤਰਨ ਦੀ ਪਰਿਭਾਸ਼ਾ ਲਿਖਣੀ ਹੈ ਹੁਣ ਆਪਾਂ ਨੇ। ਤਾਂ ਦੇਖੋ ਇਹ ਕੀ ਹੈ? ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨਾਂ ਨੂੰ ਕਾਇਆ ਪਲਟ ਜਾਂ ਰੂਪਾਂਤਰਨ ਕਹਿੰਦੇ ਹਨ ਜਿਨ੍ਹਾਂ ਕਰਕੇ ਇੱਕ ਲਾਰਵਾ ਜੀਵ ਵਿੱਚ ਪਰਿਵਰਤਿਤ ਹੁੰਦਾ ਹੈ। ਇੱਥੇ ਤੱਕ ਤੁਸੀਂ ਇਸ ਦੀ ਡੈਫੀਨੇਸ਼ਨ ਲਿਖੋਗੇ ਰੂਪਾਂਤਰਨ ਦੀ। ਇਸ ਤੋਂ ਬਾਅਦ ਆਪਾਂ ਨੇ ਡੈਫੀਨੇਸ਼ਨ ਲਿਖਣੀ ਸੀ ਦੋ ਲਿੰਗੀ ਜੰਤੂ। ਦੋ ਲਿੰਗੀ ਜੰਤੂ ਦੀ ਡੈਫੀਨੇਸ਼ਨ ਤੁਸੀਂ ਲਿਖੋਗੇ, ਦੇਖੋ ਜੰਤੂ ਜਿਨ੍ਹਾਂ ਵਿੱਚ ਨਰ ਅਤੇ ਮਾਦਾ ਦੋਵੇਂ ਕਿਸਮਾਂ ਦੇ ਜੁਗਮਕ ਮੌਜੂਦ ਹੁੰਦੇ ਹਨ ਲਿੰਗੀ ਜੰਤੂ ਕਹਾਉਂਦੇ ਹਨ। ਤਾਂ ਇਸ ਤਰੀਕੇ ਨਾਲ ਦੋ ਲਿੰਗੀ ਜੰਤੂ ਦੀ ਪਰਿਭਾਸ਼ਾ ਤੁਸੀਂ ਲਿਖ ਲੈਣੀ ਹੈ। ਇਸ ਤੋਂ ਬਾਅਦ ਹੈ ਜੀ ਪ੍ਰਜਨਨ। ਤਾਂ ਪ੍ਰਜਨਨ ਦੀ ਪਰਿਭਾਸ਼ਾ ਲਿਖੋਗੇ ਤੁਸੀਂ ਕਿਸੇ ਜੀਵ ਦੁਆਰਾ ਆਪਣੇ ਵਰਗੇ ਜੀਵਾਂ ਸੰਤਾਨ ਨੂੰ ਜਨਮ ਦੇਣ ਦੀ ਕਿਰਿਆ ਜਿਹੜੀ ਉਹ ਪ੍ਰਜਨਨ ਕਹਾਉਂਦੀ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਸਾਰਿਆਂ ਦੀ ਡੈਫੀਨੇਸ਼ਨ ਜਿਹੜੀ ਆਪਾਂ ਨੋਟ ਕਰ ਲੈਣੀ ਹੈ। ਠੀਕ ਹੈ ਜੀ, ਤੁਸੀਂ ਇਸ ਨੂੰ ਚੰਗੇ ਤਰੀਕੇ ਨਾਲ ਨੋਟ ਕਰ ਲਓ, ਲਿਖ ਲਓ। ਠੀਕ ਹੈ, ਵੀਡੀਓ ਨੂੰ ਰੋਕ ਕੇ ਵੀ ਨੋਟ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਇਹ ਸਭ ਆਪਾਂ ਨੇ ਕੰਪਲੀਟ ਕਰ ਲਏ ਹੈ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਦੂਸਰਾ ਪ੍ਰਸ਼ਨ। ਦੂਸਰਾ ਪ੍ਰਸ਼ਨ ਕੀ ਸੀਗਾ? ਮਨੁੱਖ ਵਿੱਚ ਨਰ ਜੁਗਮਕ ਨੂੰ ਕੀ ਕਹਿੰਦੇ ਨੇ? ਜਿਹੜਾ ਨਰ ਜੁਗਮਕ ਹੈ ਇਸ ਨੂੰ ਕੀ ਕਹਿੰਦੇ ਆਪਾਂ? ਸ਼ੁਕਰਾਣੂ ਕਹਿੰਦੇ ਹਾਂ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਸਾਡਾ ਰਾਈਟ ਆਨਸਰ ਦੋਸਤੋ ਇਸ ਦੇ ਵਿੱਚ ਹੋ ਜਾਵੇਗਾ। ਇਸ ਤੋਂ ਬਾਅਦ ਅਗਲਾ ਜੋ ਪ੍ਰਸ਼ਨ ਹੈ ਜੀ ਤੀਸਰਾ ਪ੍ਰਸ਼ਨ, ਡੱਡੂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਦੇ ਨਾਮ ਲਿਖੋ। ਤਾਂ ਡੱਡੂ ਦਾ ਜਿਹੜਾ ਜੀਵਨ ਚੱਕਰ ਹੈ ਉਸ ਦੇ ਪੜਾਅ ਕਿਹੜੇ-ਕਿਹੜੇ ਨੇ? ਦੇਖੋ ਸਭ ਤੋਂ ਪਹਿਲਾਂ ਉਹ ਅੰਡੇ ਦੇ ਰੂਪ ਵਿੱਚ ਹੁੰਦਾ ਹੈ, ਫਿਰ ਉਹ ਟੈਡਪੋਲ ਲਾਰਵਾ ਦੇ ਰੂਪ ਵਿੱਚ ਹੁੰਦਾ ਹੈ। ਟੈਡਪੋਲ ਲਾਰਵਾ ਤੋਂ 2 ਲੱਤਾਂ ਸਹਿਤ ਹੁੰਦਾ ਉਹ। ਠੀਕ ਹੈ, ਅਤੇ ਉਸ ਤੋਂ ਬਾਅਦ ਟੈਡਪੋਲ ਲਾਰਵਾ 4 ਲੱਤਾਂ ਸਹਿਤ ਹੁੰਦਾ ਹੈ। 4 ਲੱਤਾਂ ਹੁੰਦੀਆਂ ਨੇ, ਪਹਿਲਾਂ 2 ਫਿਰ 4 ਹਨ, ਫਿਰ ਉਹ ਬਾਲਗ ਡੱਡੂ ਬਣ ਜਾਂਦਾ ਹੈ। ਤਾਂ ਇਸ ਤਰੀਕੇ ਨਾਲ ਇਹ ਉਸਦੇ ਜੀਵਨ ਦੇ ਪੂਰੇ ਪੜਾਅ ਨੇ। ਠੀਕ ਹੈ ਜੀ, ਤਾਂ ਇਹਨਾਂ ਪੜਾਵਾਂ ਨੂੰ ਤੁਸੀਂ ਨੇ ਇਸੇ ਤਰ੍ਹਾਂ ਸੀਰੀਜ਼ ਦੇ ਵਿੱਚ ਲਿਖਣਾ ਹੈ, ਇਹਨਾਂ ਨੂੰ ਅੱਗੇ ਪਿੱਛੇ ਨਹੀਂ ਹੋਣ ਦੇਣਾ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਦੋਸਤੋ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਹੈ। ਤਾਂ ਇਹਨਾਂ ਦੇ ਨਾਮ ਆਪਾਂ ਨੇ ਨੋਟ ਕਰ ਲਏ ਨਹੀਂ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 4। ਤਾਂ 4 ਨੰਬਰ ਪ੍ਰਸ਼ਨ ਹੈ ਜੁਗਮਸ ਤੋਂ ਤੁਹਾਡਾ ਕੀ ਭਾਵ ਹੈ? ਨਿਸ਼ੇਸ਼ਣ ਕਿਰਿਆ ਦੁਆਰਾ ਨਰ ਜੁਗਮਕ ਅਤੇ ਮਾਦਾ ਜੁਗਮਕ ਆਪਸ ਵਿੱਚ ਮਿਲ ਕੇ ਇੱਕ ਨਵਾਂ ਸੈੱਲ ਬਣਾਉਂਦੇ ਹਨ ਜਿਸ ਨੂੰ ਜੁਗਮਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਾਂ ਇੱਕ ਤਾਂ ਨਰ ਜੁਗਮਕ ਅਤੇ ਇੱਕ ਮਾਦਾ ਦੋਨੇ ਆਪਸ ਵਿੱਚ ਜਦੋਂ ਮਿਲ ਗਏ ਤਾਂ ਉਹ ਕੀ ਬਣ ਗਿਆ? ਜੁਗਮਸ ਬਣ ਗਿਆ। ਠੀਕ ਹੈ, ਇਸ ਤਰੀਕੇ ਨਾਲ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਦੋਸਤੋ ਰੱਖਣਾ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਆਪਾਂ ਅਗਲਾ ਭਾਗ ਸ਼ੁਰੂ ਕਰਦੇ ਹਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਜਿਹੜਾ ਆਪਾਂ ਨੂੰ ਛੋਟੇ ਦੇਣੇ ਨੇ। ਜਿਵੇਂ ਕਿ ਦੇਖੋ ਜੀ ਪ੍ਰਸ਼ਨ ਨੰਬਰ 1 ਜੋ ਆਪਾਂ ਨੂੰ ਦਿੱਤਾ ਗਿਆ ਹੈ, ਸੈੱਲ ਜਾਂ ਕੋਸ਼ਿਕਾ ਵਿਭਾਜਨ ਕੀ ਹੈ? ਤਾਂ ਇਹ ਆਪਾਂ ਨੂੰ ਦੱਸਣਾ ਹੈਗਾ ਵੀ ਸੈੱਲ ਕੀ ਹੁੰਦਾ ਹੈ ਜਾਂ ਕੋਸ਼ਿਕਾ ਵਿਭਾਜਨ, ਹੈ ਨਾ। ਤਾਂ ਇਹਨਾਂ ਦਾ ਵਿਭਾਜਨ ਕੀ ਹੁੰਦਾ ਹੈ? ਤਾਂ ਦੇਖੋ ਇਸ ਦਾ ਉੱਤਰ ਅਸੀਂ ਲਿਖਾਂਗੇ ਸੈੱਲ ਵਿਭਾਜਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਜੁਗਮਸ ਵਾਰ-ਵਾਰ ਵਿਭਾਜਿਤ ਹੋ ਕੇ ਭਰੂਣ ਦਾ ਨਿਰਮਾਣ ਕਰਦਾ ਹੈ। ਇਸ ਤਰੀਕੇ ਨਾਲ ਅਸੀਂ ਕੀ ਕਹਿ ਸਕਦੇ ਕਿ ਇਹ ਸੈੱਲ ਵਿਭਾਜਨ ਹੈ। ਇਸ ਤੋਂ ਬਾਅਦ ਹੈ ਜੀ ਨੰਬਰ 2 ਅਲਿੰਗੀ ਪ੍ਰਜਨਨ ਅਤੇ ਇੱਥੇ ਲਿੰਗੀ ਆਉਣਾ ਸੀ, ਇਹਨੂੰ ਕੱਟ ਲਓ। ਇੱਕ ਤਾਂ ਲਿੰਗੀ ਹੈ, ਦੇਖੋ ਲਿੰਗੀ ਪ੍ਰਜਨਨ ਅਤੇ ਅਲਿੰਗੀ ਪ੍ਰਜਨਨ, ਇਹਨਾਂ ਦੇ ਵਿੱਚ ਆਪਾਂ ਨੇ ਫਰਕ ਦੱਸਣਾ ਹੈਗਾ। ਠੀਕ ਹੈ, ਇੱਕ ਤਾਂ ਲਿੰਗੀ ਪ੍ਰਜਨਨ ਹੈ, ਇੱਕ ਅਲਿੰਗੀ ਹੈ। ਤਾਂ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਇਹ ਆਪਾਂ ਦੱਸਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਦੋਸਤੋ ਆਪਾਂ ਸਮਝਦੇ ਹਾਂ ਵੀ ਅਲਿੰਗੀ ਪ੍ਰਜਨਨ ਕੀ ਹੈ। ਇਹ 5 ਪੁਆਇੰਟ ਜੋ ਲਿਖਾਂਗੇ ਆਪਾਂ ਪਹਿਲਾਂ ਅਲਿੰਗੀ ਪ੍ਰਜਨਨ ਬਾਰੇ ਲਿਖਾਂਗੇ। ਤੁਸੀਂ ਵਿਚਕਾਰ ਲਾਈਨ ਮਾਰ ਕੇ ਵੀ ਇਹਨਾਂ ਨੂੰ ਪੁਆਇੰਟਾਂ ਨੂੰ ਨੋਟ ਕਰ ਸਕਦੇ ਹੋ, ਤੁਹਾਡੀ ਇੱਛਾ ਹੈ। ਤਾਂ ਪਹਿਲਾ ਪੁਆਇੰਟ ਤੁਸੀਂ ਲਿਖੋਗੇ ਬੱਚਿਓ ਕਿ ਅਲਿੰਗੀ ਪ੍ਰਜਨਨ ਇੱਕ
ਇਕੱਲਾ ਜੀਵ ਸੰਤਾਨ ਪੈਦਾ ਕਰਦਾ ਹੈ। ਅਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਨਹੀਂ ਹੁੰਦਾ। ਅਲਿੰਗੀ ਪ੍ਰਜਨਨ ਵਿੱਚ ਨਿਸ਼ੇਸ਼ਣ ਕਿਰਿਆ ਨਹੀਂ ਹੁੰਦੀ। ਅਲਿੰਗੀ ਪ੍ਰਜਨਨ ਵਿੱਚ ਯੁਗਮਸ ਦਾ ਨਿਰਮਾਣ ਨਹੀਂ ਹੁੰਦਾ। ਅਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਆਪਸ ਵਿੱਚ ਅਤੇ ਜਨਕਾਂ ਨਾਲ ਮਿਲਦੇ ਜੁਲਦੇ ਹੁੰਦੇ ਹਨ। ਤਾਂ ਇਸ ਤਰੀਕੇ ਨਾਲ ਜਿਹੜੇ ਇਹ 5 ਪੁਆਇੰਟ ਲਿਖੇ ਨੇ ਆਪਾਂ ਨੇ, ਇਹ ਕਿਹਦੇ ਬਾਰੇ ਲਿਖੇ ਨੇ? ਇਹ ਅਲਿੰਗੀ ਪ੍ਰਜਨਨ ਬਾਰੇ ਲਿਖੇ ਨੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਆਪਾਂ ਅੱਗੇ ਲਿਖਾਂਗੇ 5 ਪੁਆਇੰਟ ਲਿੰਗੀ ਪ੍ਰਜਨਨ ਬਾਰੇ। ਠੀਕ ਹੈ, ਅਗਲੇ ਪੁਆਇੰਟ ਜਿਹੜੇ ਆਪਾਂ ਲਿਖਣੇ ਨੇ ਇਹ ਲਿੰਗੀ ਪ੍ਰਜਨਨ ਬਾਰੇ ਲਿਖਣੇ ਨੇ। ਤਾਂ ਦੇਖੋ ਜੀ, ਪਹਿਲਾ ਜੋ ਪੁਆਇੰਟ ਹੈ ਆਪਣੇ ਕੋਲ ਇਹ ਹੈ, ਲਿੰਗੀ ਪ੍ਰਜਨਨ ਵਿੱਚ ਦੋ ਜੀਵ ਨਰ ਅਤੇ ਮਾਦਾ ਮਿਲ ਕੇ ਸੰਤਾਨ ਪੈਦਾ ਕਰਦੇ ਹਨ। ਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਹੁੰਦਾ ਹੈ। ਲਿੰਗੀ ਪ੍ਰਜਨਨ ਵਿੱਚ ਨਿਸ਼ੇਸ਼ਣ ਕਿਰਿਆ ਹੁੰਦੀ ਹੈ। ਲਿੰਗੀ ਪ੍ਰਜਨਨ ਵਿੱਚ ਯੁਗਮਸ ਦਾ ਨਿਰਮਾਣ ਹੁੰਦਾ ਹੈ। ਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਇੱਕ ਦੂਜੇ ਨਾਲੋਂ ਅਤੇ ਪਿੱਤਰਾਂ ਨਾਲੋਂ ਭਿੰਨ ਹੁੰਦੇ ਹਨ। ਤਾਂ ਇਸ ਤਰੀਕੇ ਨਾਲ ਇਹ ਜੋ 5 ਪੁਆਇੰਟ ਆਪਾਂ ਨੇ ਲਿਖੇ ਨੇ ਇਹ ਲਿੰਗੀ ਪ੍ਰਜਨਨ ਬਾਰੇ ਨੇ। ਇਸ ਚੀਜ਼ ਨੂੰ ਦੋਸਤੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹਨਾਂ ਦੋਨਾਂ ਦੇ ਵਿੱਚ ਆਪਾਂ ਨੇ ਜਿਹੜਾ ਅੰਤਰ ਦੱਸਣਾ ਸੀ ਉਹ ਅੰਤਰ ਆਪਾਂ ਨੇ ਲਿਖ ਲਿਆ ਹੈਗਾ। ਠੀਕ ਹੈ। ਤਾਂ ਇੱਕ ਥਾਂ 'ਤੇ ਤੁਸੀਂ ਲਿੰਗੀ ਪ੍ਰਜਨਨ, ਇੱਕ ਥਾਂ 'ਤੇ ਅਲਿੰਗੀ ਪ੍ਰਜਨਨ ਲਿਖ ਕੇ ਇਹਨਾਂ ਨੂੰ ਤੁਸੀਂ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ, ਪ੍ਰਜਨਨ ਕਿਉਂ ਮਹੱਤਵਪੂਰਨ ਹੈ? ਤਾਂ ਪ੍ਰਜਨਨ ਮਹੱਤਵਪੂਰਨ ਕਿਉਂ ਹੈ ਇਹ ਦੱਸਣਾ ਆਪਾਂ ਨੇ। ਪਹਿਲਾ ਪੁਆਇੰਟ ਲਿਖੋਗੇ, ਪ੍ਰਜਨਨ ਕਿਰਿਆ ਧਰਤੀ ਉੱਤੇ ਪ੍ਰਜਾਤੀਆਂ ਦੀ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ। ਪ੍ਰਜਨਨ ਕਿਰਿਆ ਭਿੰਨਤਾਵਾਂ ਪੈਦਾ ਕਰਕੇ ਜੀਵ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਤਾਂ ਇਸ ਤਰੀਕੇ ਲਈ ਕੀ ਹੈ, ਪ੍ਰਜਨਨ ਹੈ ਜਿਹੜਾ ਉਹ ਮਹੱਤਵਪੂਰਨ ਹੈ, ਇਹ ਜ਼ਰੂਰੀ ਹੈ। ਇਸ ਤੋਂ ਬਾਅਦ ਹੈ ਜੀ, ਦੋ ਖੰਡਨ ਕੀ ਹੁੰਦਾ ਹੈ? ਤਾਂ ਦੋ ਖੰਡਨ ਦੱਸਣਾ ਆਪਾਂ ਨੇ ਕੀ ਹੁੰਦਾ ਹੈ। ਤਾਂ ਇਸ ਦਾ ਉੱਤਰ ਤੁਸੀਂ ਲਿਖੋਗੇ, ਦੇਖੋ, ਦੋ ਖੰਡਨ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਦੋ ਖੰਡਨ ਵਿੱਚ ਇੱਕ ਜੀਵ ਆਪਣੇ ਅਨੁਵੰਸ਼ਿਕ ਕੇਂਦਰਕ ਦੀ ਨਕਲ ਕਰਦਾ ਹੈ ਅਤੇ ਫਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਇੱਕ ਸੈੱਲ ਤੋਂ ਦੋ ਨਵੇਂ ਸੈੱਲ ਬਣਦੇ ਹਨ। ਅਮੀਬਾ ਦੋ ਖੰਡਨ ਵਿਧੀ ਰਾਹੀਂ ਪ੍ਰਜਨਨ ਕਰਦਾ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਪ੍ਰਸ਼ਨ, ਹਾਈਡਰਾ ਕਿਵੇਂ ਪ੍ਰਜਨਨ ਕਰਦਾ ਹੈ? ਹਾਈਡਰਾ ਬਾਰੇ ਦੱਸਣਾ ਆਪਾਂ ਨੇ। ਤਾਂ ਇਸ ਦਾ ਆਨਸਰ ਤੁਸੀਂ ਲਿਖੋਗੇ, ਹਾਈਡਰਾ ਕਲੀਆਂ ਰਾਹੀਂ ਪ੍ਰਜਨਨ ਕਰਦਾ ਹੈ। ਇਹ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਇਸ ਕਿਰਿਆ ਵਿੱਚ ਹਾਈਡਰਾ ਦੇ ਸਰੀਰ ਦੇ ਨੇੜਲੇ ਹਿੱਸੇ ਤੋਂ ਇੱਕ ਛੋਟੀ ਜਿਹੀ ਗੰਢ ਵਰਗੀ ਰਚਨਾ ਨਿਕਲਦੀ ਹੈ ਜਿਹੜੀ ਕਲੀ ਵਿੱਚ ਵਿਕਸਿਤ ਹੋ ਜਾਂਦੀ ਹੈ। ਇਹ ਕਲੀ ਮੁੱਖ ਜੀਵ ਦੇ ਸਰੀਰ ਤੋਂ ਵੱਖ ਹੁੰਦੀ ਹੈ, ਇੱਕ ਨਵੇਂ ਹਾਈਡਰਾ ਵਿੱਚ ਵਿਕਸਿਤ ਹੁੰਦੀ ਹੈ। ਇਸ ਤਰੀਕੇ ਨਾਲ ਜਿਹੜਾ ਹਾਈਡਰਾ ਇਹ ਪ੍ਰਜਨਨ ਕਰਦਾ ਹੈ। ਠੀਕ ਹੈ। ਅਤੇ ਇਹ ਪੂਰਾ ਪ੍ਰਸ਼ਨ ਦਾ ਜਿਹੜਾ ਉੱਤਰ ਤੁਸੀਂ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6। ਤਾਂ 6 ਨੰਬਰ ਪ੍ਰਸ਼ਨ ਦੇ ਵਿੱਚ ਆਪਾਂ ਨੇ ਜੇਰਜ ਅਤੇ ਅੰਡਜ ਵਿਚਕਾਰ ਅੰਤਰ ਸਪਸ਼ਟ ਕਰਨਾ ਹੈ। ਤਾਂ ਪਹਿਲਾਂ ਤਾਂ ਆਪਾਂ ਲਿਖਾਂਗੇ ਜੇਰਜ ਬਾਰੇ, ਫਿਰ ਆਪਾਂ ਲਿਖਾਂਗੇ ਅੰਡਜ ਬਾਰੇ। ਤਾਂ ਜੇਰਜ ਬਾਰੇ ਆਪਾਂ 2 ਪੁਆਇੰਟ ਲਿਖਾਂਗੇ। ਦੇਖੋ, ਨੰਬਰ 1, ਜੇਰਜ ਉਹ ਜੰਤੂ ਹੁੰਦੇ ਹਨ ਜਿਹੜੇ ਆਪਣੇ ਵਰਗੇ ਛੋਟੇ ਜੰਤੂਆਂ ਨੂੰ ਜਨਮ ਦਿੰਦੇ ਹਨ। ਉਦਾਹਰਨ ਵਜੋਂ ਬਿੱਲੀ, ਕੁੱਤਾ, ਗਾਂ, ਇਹ ਸਭ ਕੀ ਨੇ? ਜੇਰਜ ਨੇ। ਹੁਣ ਆਪਾਂ ਗੱਲ ਕਰਦੇ ਹਾਂ ਅੰਡਸ ਦੀ। ਤਾਂ ਦੇਖੋ, ਅੰਡਸ ਦੇ ਵਿੱਚ ਕੀ ਹੋਊਗਾ, ਅੰਡਸ ਉਹ ਜੰਤੂ ਹਨ ਜਿਹੜੇ ਅੰਡੇ ਦਿੰਦੇ ਹਨ ਅਤੇ ਅੰਡੇ ਮਾਦਾ ਦੇ ਸਰੀਰ ਤੋਂ ਬਾਹਰ ਹੀ ਟੁੱਟਦੇ ਹਨ ਅਤੇ ਨਵੇਂ ਜੀਵ ਨੂੰ ਜਨਮ ਦਿੰਦੇ ਹਨ। ਉਦਾਹਰਨ ਵਜੋਂ ਮੁਰਗੀ, ਕਾਂ, ਕਿਰਲੀ, ਇਹ ਸਭ ਅੰਡੇ ਦਿੰਦੇ ਨੇ। ਠੀਕ ਹੈ। ਆਪਣੇ ਬੱਚਿਆਂ ਦਾ ਨਿਰਮਾਣ ਇਹ ਅੰਡਿਆਂ ਦੇ ਥਰੂ ਕਰਦੇ ਨੇ। ਠੀਕ ਹੈ। ਤਾਂ ਇਹ ਅੰਡਸ ਹੁੰਦੇ ਨੇ। ਠੀਕ ਹੈ। ਤਾਂ ਉੱਪਰਲੇ ਕਿਹੜੇ ਸੀ? ਜੇਰਜ, ਜੋ ਬੱਚਿਆਂ ਨੂੰ ਜਨਮ ਦਿੰਦੇ ਨੇ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹਨਾਂ ਦਾ ਜਿਹੜਾ ਅੰਤਰ ਹੈ ਇਹ ਸਪਸ਼ਟ ਕਰ ਦਿੱਤਾ ਹੈ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 7। ਤਾਂ 7 ਨੰਬਰ ਪ੍ਰਸ਼ਨ ਕੀ ਸੀਗਾ, ਜਿਹੜਾ ਡੱਡੂ ਹੈਗਾ, ਡੱਡੂ ਵਿੱਚ ਨਿਸ਼ੇਸ਼ਣ ਕਿਰਿਆ ਕਿਵੇਂ ਹੁੰਦੀ ਹੈ? ਤਾਂ ਇਸ ਦਾ ਉੱਤਰ ਹੋਏਗਾ, ਡੱਡੂਆਂ ਵਿੱਚ ਬਾਹਰੀ ਨਿਸ਼ੇਸ਼ਣ ਹੁੰਦਾ ਹੈ। ਇਸ ਪ੍ਰਕਿਰਿਆ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਦਾ ਮਿਲਣ ਅਤੇ ਮਾਦਾ ਦੇ ਸਰੀਰ ਦੇ ਬਾਹਰ ਪਾਣੀ ਵਿੱਚ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਦੇ ਵਿੱਚ ਨਿਸ਼ੇਸ਼ਣ ਦੀ ਪ੍ਰਕਿਰਿਆ ਹੁੰਦੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲਾ ਪ੍ਰਸ਼ਨ ਡਿਸਕਸ ਕਰਦੇ ਹਾਂ। ਅਗਲਾ ਜੋ ਭਾਗ ਹੈ, ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਨੇ। ਠੀਕ ਹੈ। ਇਹਨਾਂ ਦੇ ਵਿੱਚ ਦੇਖੋ ਆਪਾਂ ਨੇ ਕੀ ਲਿਖਣਾ ਹੈਗਾ, ਜੀਵਾਂ ਵਿੱਚ ਪ੍ਰਜਨਨ ਦਾ ਮਹੱਤਤਾ ਦਾ ਵਰਣਨ ਕਰੋ। ਯੁਗਮਜ ਅਤੇ ਭਰੂਣ ਵਿਚਕਾਰ 2 ਅੰਤਰ ਲਿਖੋ। ਤਾਂ ਪਹਿਲਾਂ ਆਪਾਂ ਪ੍ਰਜਨਨ ਦੀ ਮਹੱਤਤਾ ਦੱਸਦੇ ਹਾਂ। ਠੀਕ ਹੈ ਜੀ। ਇਹਦੀ ਮਹੱਤਤਾ ਕੀ ਹੋਏਗੀ, ਪ੍ਰਜਨਨ ਕਿਰਿਆ ਧਰਤੀ ਉੱਤੇ ਪ੍ਰਜਾਤੀਆਂ ਦੀ ਹੋਂਦ ਬਣਾਈ ਰੱਖਣ ਦੇ ਲਈ ਜ਼ਰੂਰੀ ਹੈ। ਠੀਕ ਹੈ। ਅਤੇ ਪ੍ਰਜਨਨ ਕਿਰਿਆ ਭਿੰਨਤਾਵਾਂ ਪੈਦਾ ਕਰਕੇ ਜੀਵ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਪ੍ਰਜਨਨ ਕਿਰਿਆ ਪਰਿਤੰਤਰ ਪ੍ਰਜਾਤੀਆਂ ਦੀ ਸੰਖਿਆ ਵਧਾਉਣ ਵਿੱਚ ਮਦਦ ਕਰਦੀ ਹੈ। ਇਸ ਤਰੀਕੇ ਨਾਲ ਆਪਾਂ ਨੇ ਪਹਿਲਾਂ ਤਾਂ ਮਹੱਤਤਾ ਲਿਖਣੀ ਸੀ। ਕੀ ਮਹੱਤਤਾ ਲਿਖਣੀ ਸੀ? ਪ੍ਰਜਨਨ ਦੀ ਮਹੱਤਤਾ ਕੀ ਹੈ। ਠੀਕ ਹੈ। ਤਾਂ ਮਹੱਤਤਾ ਤਾਂ ਆਪਾਂ ਨੇ ਸਮਝ ਲਈ ਹੈ। ਹੁਣ ਆਪਾਂ ਨੇ ਕੀ ਕਰਨਾ ਹੈ, ਯੁਗਮਜ ਅਤੇ ਭਰੂਣ ਵਿਚਕਾਰ
ਅੰਤਰ ਦੱਸਣਾ ਹੈ। ਤਾਂ ਦੇਖੋ ਜੀ ਇਹਨਾਂ ਦਾ ਅੰਤਰ ਕੀ ਹੋਏਗਾ, ਜੁਗਮਸ ਅਤੇ ਭਰੂਣ ਵਿਚਕਾਰ ਅੰਤਰ ਕੀ ਹੈ। ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਜੁਗਮਸ ਕੀ ਹੈ। ਠੀਕ ਹੈ, ਜੁਗਮਸ ਬਾਰੇ ਪੁਆਇੰਟ ਲਿਖਾਂਗੇ ਆਪਾਂ। ਨਰ ਜੁਗਮਕ ਅਤੇ ਮਾਦਾ ਜੁਗਮਕ ਦੇ ਮੇਲ ਨਾਲ ਜੁਗਮਸ ਬਣਦਾ ਹੈ। ਠੀਕ ਹੈ, ਇਹ ਨਿਸ਼ੇਸ਼ਣ ਕਿਰਿਆ ਤੋਂ ਬਾਅਦ ਬਣਦਾ ਹੈ। ਇਹ ਇੱਕ ਸੈੱਲੀ ਹੁੰਦਾ ਹੈ। ਠੀਕ ਹੈ, ਤਾਂ ਇਹ ਤਾਂ ਆਪਾਂ ਨੇ ਜੁਗਮਸ ਬਾਰੇ ਲਿਖ ਲਿਆ। ਹੁਣ ਆਪਾਂ ਗੱਲ ਕਰਦੇ ਹਾਂ ਭਰੂਣ ਦੀ ਵੀ। ਭਰੂਣ ਕੀ ਹੁੰਦਾ ਹੈ? ਦੇਖੋ ਜੀ, ਭਰੂਣ ਜੁਗਮਸ ਤੋਂ ਵਿਕਸਿਤ ਹੋ ਕੇ ਬਣਦਾ ਹੈ। ਇਸ ਵਿੱਚ ਜੀਵ ਦੇ ਵੱਖ-ਵੱਖ ਅੰਗ ਵਿਕਸਿਤ ਹੁੰਦੇ ਹਨ। ਠੀਕ ਹੈ ਜੀ, ਇਹ ਸੈੱਲ ਵਿਭਾਜਨ ਨਾਲ ਜੁਗਮਸ ਤੋਂ ਵਿਕਸਿਤ ਹੁੰਦਾ ਹੈ। ਇਹ ਬਹੁ ਸੈੱਲੀ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਇਹਨਾਂ ਦਾ ਅੰਤਰ ਜਿਹੜਾ ਆਪਾਂ ਨੇ ਅਲੱਗ-ਅਲੱਗ ਤਰੀਕੇ ਨਾਲ ਦੋਸਤੋ ਸਮਝ ਲਿਆ। ਠੀਕ ਹੈ ਜੀ, ਤੁਸੀਂ ਦੇਖੋ ਇਹ ਪੁਆਇੰਟ ਨੇ ਜਿਹੜੇ ਸਾਰੇ ਇਹ ਜੁਗਮਸ ਬਾਰੇ ਲਿਖ ਸਕਦੇ ਹੋ। ਇਹ ਸਭ ਪੁਆਇੰਟ ਨੇ ਜਿਹੜੇ ਤੁਸੀਂ ਇਹ ਭਰੂਣ ਬਾਰੇ ਲਿਖ ਸਕਦੇ ਹੋ। ਮੈਂ ਇਹ ਸਾਰਾ ਲਿਖਿਆ ਹੋਇਆ ਇੱਕ ਵਾਰੀ ਰੇਜ਼ ਕਰ ਦਿੰਦਾ। ਇਹ ਸਾਫ਼-ਸਾਫ਼ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਠੀਕ ਹੈ, ਵੀਡੀਓ ਨੂੰ ਰੋਕ ਕੇ ਜਾਂ ਬੈਕ ਕਰਕੇ ਤੁਸੀਂ ਇਹ ਸਭ ਚੀਜ਼ਾਂ ਨੂੰ ਨੋਟ ਨਾਲ ਦੀ ਨਾਲ ਦੋਸਤੋ ਕਰਦੇ ਰਿਹਾ ਕਰੋ। ਠੀਕ ਹੈ ਜੀ, ਇਸ ਤੋਂ ਬਾਅਦ ਦੋਸਤੋ ਆਪਾਂ ਅਗਲਾ ਪ੍ਰਸ਼ਨ ਸਮਝਦੇ ਹਾਂ। ਨਿਸ਼ੇਸ਼ਣ ਕਿਰਿਆ ਦਾ ਵਰਣਨ ਕਰੋ। ਬਾਹਰੀ ਨਿਸ਼ੇਸ਼ਣ ਅਤੇ ਅੰਦਰੂਨੀ ਨਿਸ਼ੇਸ਼ਣ ਵਿਚਕਾਰ ਅੰਤਰ ਵੀ ਆਪਾਂ ਨੇ ਦੱਸਣਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਦੇਖੋ ਨਿਸ਼ੇਸ਼ਣ ਕੀ ਹੁੰਦਾ ਹੈ। ਠੀਕ ਹੈ, ਇਸ ਬਾਰੇ ਦੱਸਦੇ ਹਾਂ ਆਪਾਂ। ਦੇਖੋ, ਨਰ ਜੁਗਮਕ ਸ਼ੁਕਰਾਣੂ ਅਤੇ ਮਾਦਾ ਜੁਗਮਕ ਅੰਡਾਣੂ। ਠੀਕ ਹੈ, ਨਰ ਦੇ ਕਿਹੜੇ ਹੁੰਦੇ ਨੇ? ਸ਼ੁਕਰਾਣੂ। ਮਾਦੇ ਦੇ ਕਿਹੜੇ ਹੁੰਦੇ ਨੇ? ਅੰਡਾਣੂ। ਇਹ ਮਿਲ ਕੇ ਜੁਗਮਸ ਬਣਾਉਂਦੇ ਨੇ। ਠੀਕ ਹੈ, ਇਸ ਕਿਰਿਆ ਨੂੰ ਨਿਸ਼ੇਸ਼ਣ ਕਿਰਿਆ ਕਿਹਾ ਜਾਂਦਾ ਹੈ। ਨਿਸ਼ੇਸ਼ਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਹੁੰਦਾ ਅੰਦਰੂਨੀ ਨਿਸ਼ੇਸ਼ਣ, ਇੱਕ ਹੁੰਦਾ ਬਾਹਰੀ ਨਿਸ਼ੇਸ਼ਣ। ਤਾਂ ਇਹਨਾਂ ਦੇ ਵਿਚਕਾਰ ਅੰਤਰ ਕੀ ਹੈ ਇਹ ਆਪਾਂ ਨੇ ਦੱਸਣਾ ਹੈਗਾ। ਠੀਕ ਹੈ, ਤਾਂ ਦੇਖੋ ਦੋ ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਅਤੇ ਬਾਹਰੀ। ਅਤੇ ਇਹਨਾਂ ਦੇ ਵਿਚਕਾਰ ਜਿਹੜਾ ਅੰਤਰ ਹੈ ਉਹ ਇਸ ਪ੍ਰਕਾਰ ਹੈ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਅੰਦਰੂਨੀ ਨਿਸ਼ੇਸ਼ਣ ਸਮਝਦੇ ਹਾਂ ਵੀ ਅੰਦਰੂਨੀ ਨਿਸ਼ੇਸ਼ਣ ਕਿਹੜਾ ਹੈਗਾ। ਠੀਕ ਹੈ, ਤਾਂ ਇਹਦੇ ਬਾਰੇ ਆਪਾਂ 4 ਪੁਆਇੰਟ ਲਿਖਾਂਗੇ। ਨੰਬਰ 1, ਇਹ ਕਿਰਿਆ ਮਾਦਾ ਸਰੀਰ ਦੇ ਅੰਦਰ ਹੁੰਦੀ ਹੈ। ਠੀਕ ਹੈ ਜੀ, ਇਸ ਵਿੱਚ ਜੁਗਮਕ ਘੱਟ ਗਿਣਤੀ ਵਿੱਚ ਬਣਦੇ ਹਨ। ਨਿਸ਼ੇਸ਼ਣ ਦੀ ਇਹ ਵਿਧੀ ਵੱਧ ਕਾਮਯਾਬ ਹੁੰਦੀ ਹੈ। ਉਦਾਹਰਨ ਮਨੁੱਖ ਵਿੱਚ ਨਿਸ਼ੇਸ਼ਣ ਹੁੰਦਾ ਹੈ। ਠੀਕ ਹੈ, ਤਾਂ ਮਨੁੱਖ ਦੇ ਵਿੱਚ ਇਹ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਹੁਣ ਆਪਾਂ 4 ਪੁਆਇੰਟ ਲਿਖਦੇ ਹਾਂ ਬਾਹਰੀ ਨਿਸ਼ੇਸ਼ਣ ਬਾਰੇ। ਤਾਂ ਬਾਹਰੀ ਨਿਸ਼ੇਸ਼ਣ ਬਾਰੇ ਆਪਾਂ 4 ਪੁਆਇੰਟ ਕਿਹੜੇ-ਕਿਹੜੇ ਲਿਖਾਂਗੇ। ਨੰਬਰ 1, ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ। ਇਸ ਵਿੱਚ ਜੁਗਮਕ ਵੱਧ ਗਿਣਤੀ ਵਿੱਚ ਬਣਦੇ ਹਨ। ਇਹ ਅੰਦਰੂਨੀ ਨਿਸ਼ੇਸ਼ਣ ਨਾਲੋਂ ਘੱਟ ਕਾਮਯਾਬ ਹੈ। ਠੀਕ ਹੈ, ਡੱਡੂ ਵਿੱਚ ਬਾਹਰੀ ਨਿਸ਼ੇਸ਼ਣ ਹੁੰਦਾ ਹੈ। ਠੀਕ ਹੈ, ਇਹ ਸਭ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਤਾਂ ਅੰਦਰੂਨੀ ਨਿਸ਼ੇਸ਼ਣ ਬਾਰੇ ਅਤੇ ਬਾਹਰੀ ਨਿਸ਼ੇਸ਼ਣ ਬਾਰੇ। ਠੀਕ ਹੈ, ਤਾਂ ਨਿਸ਼ੇਚਣ ਬਾਰੇ ਆਪਾਂ ਨੇ ਹੁਣ ਤੱਕ ਸਮਝ ਲਿਆ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ। ਠੀਕ ਹੈ, ਤਾਂ ਤੀਸਰੇ ਪ੍ਰਸ਼ਨ ਦੇ ਵਿੱਚ ਕੀ ਹੈ, ਮਨੁੱਖ ਵਿੱਚ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਤਾਂ ਨਿਸ਼ੇਚਨ ਕਿਰਿਆ ਜਿਹੜੀ ਦੇਖੋ ਮਨੁੱਖ ਵਿੱਚ ਨਿਸ਼ੇਸ਼ਣ ਕਿਰਿਆ ਅੰਦਰੂਨੀ ਹੀ ਹੁੰਦੀ ਹੈ। ਮਨੁੱਖ ਵਿੱਚ ਨਰ ਜੁਗਮਕ ਨੂੰ ਸ਼ੁਕਰਾਣੂ ਕਿਹਾ ਜਾਂਦਾ ਹੈ ਅਤੇ ਮਾਦਾ ਜੁਗਮਕ ਨੂੰ ਅੰਡਾਣੂ ਕਿਹਾ ਜਾਂਦਾ ਹੈ। ਮਾਦਾ ਪ੍ਰਜਨਨ ਪ੍ਰਣਾਲੀ ਵਿੱਚ ਕਿਸੇ ਅੰਡਕੋਸ਼ ਦੁਆਰਾ ਇਹ ਅੰਡਾਣੂ ਪੈਦਾ ਕੀਤੇ ਜਾਂਦੇ ਹਨ। ਅੰਡਾਣੂ ਅੰਡਵੈਣੀ ਜਾਂ ਫੈਲੋਪੀਅਨ ਟਿਊਬ ਤੱਕ ਪਹੁੰਚਦਾ ਹੈ। ਅੰਡਵੈਣੀ ਵਿੱਚ ਅੰਡਾਣੂ ਅਤੇ ਸ਼ੁਕਰਾਣੂ ਮਿਲਦੇ ਹਨ, ਜਿਸ ਦੇ ਸਿੱਟੇ ਵਜੋਂ ਜੁਗਮਸ ਦਾ ਨਿਰਮਾਣ ਹੁੰਦਾ ਹੈ। ਇਸ ਕਿਰਿਆ ਨੂੰ ਨਿਸ਼ੇਚਨ ਕਿਰਿਆ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਾਂ ਇਹ ਇੱਕ ਪ੍ਰਕਿਰਿਆ ਹੈ। ਠੀਕ ਹੈ, ਸ਼ੁਕਰਾਣੂ ਅਤੇ ਅੰਡਾਣੂ ਮਿਲ ਕੇ ਜੁਗਮਸ ਬਣ ਗਏ। ਨਰ ਜੁਗਮਸ ਮਤਲਬ ਇੱਦਾਂ ਕਹਿ ਸਕਦੇ ਹਾਂ, ਦੇਖੋ ਸ਼ੁਕਰਾਣੂ ਯਾਨੀ ਕਿ ਕੀ ਨੇ? ਨਰ ਜੁਗਮਕ ਨੇ। ਅੰਡਾਣੂ ਕੀ ਨੇ? ਮਾਦਾ ਜੁਗਮਕ ਨੇ। ਤਾਂ ਇਹ ਮਿਲ ਕੇ ਕੀ ਬਣ ਜਾਂਦੇ ਨੇ? ਜੁਗਮਸ ਬਣ ਜਾਂਦੇ ਨੇ। ਜੁਗਮਕਾਂ ਤੋਂ ਮਿਲ ਕੇ ਜੁਗਮਸ ਬਣ ਗਏ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਪੂਰਾ ਪ੍ਰਸ਼ਨ ਸੀ। ਇਸ ਦਾ ਜਿਹੜਾ ਉੱਤਰ ਹੈ ਤੁਸੀਂ ਇਹ ਨੋਟ ਕਰ ਸਕਦੇ ਹੋ। ਠੀਕ ਹੈ ਜੀ, ਤਾਂ ਇੱਕ ਵਾਰ ਇਹਨੂੰ ਤੁਸੀਂ ਧਿਆਨ ਨਾਲ ਆਪਦਾ ਨੋਟ ਕਰ ਲਓ ਜੀ। ਠੀਕ ਹੈ, ਇਸ ਤੋਂ ਬਾਅਦ ਆਪਾਂ ਨੈਕਸਟ ਡਿਸਕਸ ਕਰਦੇ ਹਾਂ ਜੀ। ਤਾਂ ਇਸ ਤਰੀਕੇ ਨਾਲ ਦੇਖੋ ਤੁਸੀਂ ਨੇ ਇਹ ਪ੍ਰਸ਼ਨ ਦਾ ਜਿਹੜਾ ਉੱਤਰ ਹੈ ਇਹ ਕੰਪਲੀਟ ਨੋਟ ਕਰ ਲਿਆ ਹੋਏਗਾ। ਇਸ ਤੋਂ ਬਾਅਦ ਆਪਾਂ ਲਾਸਟ ਪ੍ਰਸ਼ਨ ਦੇ ਉੱਤੇ ਚੱਲਦੇ ਹਾਂ। ਤਾਂ ਇਸ ਦੇ ਵਿੱਚ ਇੱਕ ਤਾਂ ਤੁਸੀਂ ਨੇ ਚਿੱਤਰ ਵੀ ਬਣਾਉਣਾ ਸੀ। ਡੱਡੂ ਦਾ ਜਿਹੜਾ ਜੀਵਨ ਚੱਕਰ ਹੈ ਉਸ ਦਾ ਇੱਕ ਚਿੱਤਰ ਬਣਾਉਣਾ ਸੀ। ਇਹ ਚਿੱਤਰ ਤੁਹਾਨੂੰ ਆਪਣੀ ਕਿਤਾਬ ਦੇ ਵਿੱਚੋਂ ਦੇਖਣਾ ਪਏਗਾ। ਠੀਕ ਹੈ, ਤਾਂ ਦੇਖੋ ਜੀ ਇਸ ਦਾ ਜਿਹੜਾ ਉੱਤਰ ਲਿਖਾਂਗੇ ਅਸੀਂ ਇਸ ਤਰੀਕੇ ਨਾਲ ਲਿਖਾਂਗੇ। ਡੱਡੂ ਦੇ ਜੀਵਨ ਚੱਕਰ ਵਿੱਚ 3 ਪੜਾਅ ਵੇਖੇ ਜਾਂਦੇ ਹਨ। ਅੰਡੇ ਤੋਂ ਟੈਡਪੋਲ ਲਾਰਵਾ ਬਣਦਾ ਹੈ। ਟੈਡਪੋਲ ਲਾਰਵਾ ਇੱਕ ਬਾਲਗ ਡੱਡੂ ਵਿੱਚ ਵਿਕਸਿਤ ਹੁੰਦਾ ਹੈ। ਇਹਦੇ ਜਿਹੜੇ 4-5 ਸਟੈਪ ਆਪਾਂ ਪਿੱਛੇ ਸਮਝੇ ਸੀ ਪਿਛਲੇ ਪ੍ਰਸ਼ਨ ਦੇ ਵਿੱਚ, ਇੱਦੋਂ ਪਿਛਲੇ 'ਚ। ਠੀਕ ਹੈ, ਪਿੱਛੇ ਸੀ ਇੱਕ ਪ੍ਰਸ਼ਨ, ਤਾਂ ਉਹੋ ਹੀ ਤਰੀਕਾ ਹੈ। ਠੀਕ ਹੈ, ਉਸ ਤਰੀਕੇ ਨਾਲ ਹੀ ਅੰਡਾ ਸੀ, ਫਿਰ ਟੈਡਪੋਲ ਤਿਆਰ ਹੋ ਗਿਆ। ਠੀਕ ਹੈ, ਅਤੇ ਟੈਡਪੋਲ ਲਾਰਵਾ, ਫਿਰ ਉਸ ਤੋਂ ਬਾਲਗ ਡੱਡੂ ਵਿਕਸਿਤ ਹੁੰਦਾ ਹੈ। ਠੀਕ ਹੈ ਜੀ, ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਤੋਂ ਬਹੁਤ ਭਿੰਨ ਹੁੰਦਾ ਹੈ। ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨ ਜਿਨ੍ਹਾਂ ਕਰਕੇ ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਵਿੱਚ ਪਰਿਵਰਤਿਤ ਹੁੰਦਾ ਹੈ ਉਸ ਨੂੰ ਕਾਇਆ ਪਲਟ ਜਾਂ
ਰੂਪਾਂਤਰਨ ਕਹਿੰਦੇ ਹਨ। ਤਾਂ ਇਸ ਤਰੀਕੇ ਨਾਲ ਇਹ ਪੂਰੀ ਇੱਕ ਪ੍ਰਕਿਰਿਆ ਹੈ, ਪੂਰਾ ਇੱਕ ਜੀਵਨ ਚੱਕਰ ਹੈ ਡੱਡੂ ਦਾ। ਠੀਕ ਹੈ, ਇਸ ਦੀ ਡਾਇਗਰਾਮ ਤੁਹਾਨੂੰ ਆਪਣੀ ਕਿਤਾਬ ਦੇ ਵਿੱਚੋਂ ਦੇਖਣੀ ਪਏਗੀ। ਤਾਂ ਇਸ ਤਰੀਕੇ ਨਾਲ ਦੋਸਤੋ ਇਹ ਆਪਣੀ ਅੱਜ ਦੀ ਜੋ ਵੀਡੀਓ ਸਮਾਪਤ ਹੁੰਦੀ ਹੈ। ਠੀਕ ਹੈ, ਇਸ ਤੋਂ ਬਿਨਾਂ ਬਾਕੀ ਸਾਰੇ ਪਾਠ ਆਪਣੇ ਚੈਨਲ ਦੇ ਉੱਤੇ ਅਵੇਲੇਬਲ ਨੇ। ਤੁਸੀਂ ਕੀ ਕਰਨਾ, ਸਰਚ ਕਰ ਲੈਣਾ YouTube ਦੇ ਉੱਤੇ ਮੇਰੀ ਕਲਾਸ। ਠੀਕ ਹੈ, ਤੁਸੀਂ ਆਪਣੇ ਪਾਠ ਦਾ ਨਾਮ ਭਰ ਦਿਆ ਕਰੋ, ਨਾਲ ਲਿਖ ਦਿਆ ਕਰੋ ਮੇਰੀ ਕਲਾਸ। ਇਸ ਤਰੀਕੇ ਨਾਲ ਤੁਹਾਡੇ ਸਾਹਮਣੇ ਸਾਡੀਆਂ ਸਾਰੀਆਂ ਵੀਡੀਓਜ਼ ਆ ਜਾਣਗੀਆਂ। ਥੈਂਕ ਯੂ ਸੋ ਮੱਚ।